हेलो स्टूडेंट्स, आई एम सुखविंदर कौर फ्रॉम डिपार्टमेंट ऑफ इकोनॉमिक्स GGDST कॉलेज हरियाणा हुशियारपुर। ਅੱਜ ਅਸੀਂ ਕਰਨਾ ਟੌਪਿਕ ਇਨਵੈਸਟਮੈਂਟ ਕ੍ਰਾਈਟੇਰੀਆ। ਇਨਵੈਸਟਮੈਂਟ ਕ੍ਰਾਈਟੇਰੀਆ ਕੀ ਹੈ, ਇਸ ਦੀਆਂ ਟਾਈਪਸ ਕੀ ਹੈ, ਇਸ ਚੈਪਟਰ ਦੇ ਵਿੱਚ ਕਰਾਂਗੇ ਆਪਾਂ। ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਹਰੇਕ ਅੰਡਰਡਿਵੈਲਪ ਕੰਟਰੀਜ਼ ਦੇ ਵਿੱਚ ਜਿਹੜੇ ਰਿਸੋਰਸਸ ਆ ਬਹੁਤ ਘੱਟ ਹੁੰਦੇ ਆ, ਕੈਪੀਟਲ ਫਾਰਮੇਸ਼ਨ ਘੱਟ ਹੁੰਦੀ ਹੈ, ਇਨਵੈਸਟਮੈਂਟ ਘੱਟ ਹੁੰਦੀ ਹੈ, ਅਤੇ ਬਹੁਤ ਜ਼ਰੂਰੀ ਹੋ ਜਾਂਦਾ ਕਿ ਜੇ ਤੁਸੀਂ ਆਪਣੇ ਡਿਵੈਲਪਮੈਂਟਲ ਜਿਹੜੇ ਪਲਾਨਸ ਆ, ਜਿਹੜੇ ਤੁਹਾਡੇ ਡਿਵੈਲਪਮੈਂਟ ਓਬਜੈਕਟਿਵਸ ਹੈਗੇ ਆ, ਤੁਹਾਡੇ ਪਲੈਨਿੰਗਸ ਦੇ ਓਬਜੈਕਟਿਵਸ ਆ, ਉਹਨਾਂ ਨੂੰ ਪੂਰਾ ਕਰਨਾ ਅਤੇ ਤੁਹਾਨੂੰ ਆਪਣੀ ਸੇਵਿੰਗ ਵਧਾਉਣੀ ਪਏਗੀ ਅਤੇ ਤੁਹਾਨੂੰ ਆਪਣੀ ਇਨਵੈਸਟਮੈਂਟ ਦੇ ਲਈ ਨਵੇਂ ਨਵੇਂ ਸਾਧਨ ਆ ਜਿਹੜੇ ਉਹ ਲਿਆਉਣੇ ਪੈਣਗੇ। ਕੈਪੀਟਲ ਫਾਰਮੇਸ਼ਨ ਦੇ ਉੱਤੇ ਧਿਆਨ ਦੇਣਾ ਪਏਗਾ ਅਤੇ ਉਹਦੇ ਵਿੱਚ ਕਿਹੜੇ ਕਿਹੜੇ ਕ੍ਰਾਈਟੀਰੀਆਜ਼ ਹੈਗੇ ਜਿਹੜੇ ਆਪਾਂ ਅਡੋਪਟ ਕਰ ਸਕਦੇ ਹਾਂ ਆਪਣੀ ਇਕਨੋਮਿਕ ਡਿਵੈਲਪਮੈਂਟ ਦੇ ਲਈ। ਅਲੱਗ-ਅਲੱਗ ਕੰਡੀਸ਼ਨਸ ਹੁੰਦੀਆਂ, ਬੇਸ਼ੱਕ ਅੰਡਰ ਡਿਵੈਲਪ ਕੰਟਰੀ ਹੋਵੇ ਕੋਈ ਵੀ, ਬੇਸ਼ੱਕ ਇੱਕ ਤੋਂ ਜ਼ਿਆਦਾ ਅੰਡਰ ਡਿਵੈਲਪ ਕੰਟਰੀਜ਼ ਹੀ ਹੋਣ, ਪਰ ਉੱਥੇ ਸਾਰਿਆਂ ਦੀਆਂ ਕੰਡੀਸ਼ਨਸ ਅਲੱਗ-ਅਲੱਗ ਹੁੰਦੀਆਂ। ਇਸ ਲਈ ਅਲੱਗ-ਅਲੱਗ ਤਰ੍ਹਾਂ ਦੇ ਕ੍ਰਾਈਟੀਰੀਆਜ਼ ਉੱਥੇ ਜਿਹੜੇ ਆ ਉਹ ਜਿਹੜੇ ਯੂਜ਼ਫੁਲ ਹੋਣਗੇ। ਮਤਲਬ ਇੱਕ ਕ੍ਰਾਈਟੀਰੀਆ ਸਾਰੀਆਂ ਅੰਡਰ ਡਿਵੈਲਪ ਕੰਟਰੀਜ਼ 'ਤੇ ਇੱਕ ਹੀ ਕ੍ਰਾਈਟੀਰੀਆ, ਬੇਸ਼ੱਕ ਸਾਰੀਆਂ ਅੰਡਰ ਡਿਵੈਲਪ ਕੰਟਰੀਜ਼ ਹੀ ਹੋਣ, ਸਾਰਿਆਂ 'ਤੇ ਇੱਕ ਹੀ ਲਾਗੂ ਨਹੀਂ ਹੋਏਗਾ। ਇਸ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਕਿ ਇਨਵੈਸਟਮੈਂਟ ਕ੍ਰਾਈਟੀਰੀਆ ਹੈ ਕੀ। Investment criteria refers to the problem of determining the best utilization of investment resources to minimize capital intensity, to maximize social maximum marginal productivity of capital and employment absorption. Means ਇਨਵੈਸਟਮੈਂਟ ਕ੍ਰਾਈਟੀਰੀਆ ਕੀ ਹੈ ਕਿ ਜਿੰਨੇ ਤੁਹਾਡੇ ਕੋਲ ਰਿਸੋਰਸਿਸ ਹੈਗੇ ਆ ਇਨਵੈਸਟਮੈਂਟ ਦੇ, ਕਿਉਂਕਿ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਰਿਸੋਰਸਿਸ ਘੱਟ ਹੁੰਦੇ ਆ, ਪਰ ਜਿੰਨੇ ਰਿਸੋਰਸਿਸ ਹੈਗੇ ਆ ਉਹਨਾਂ ਦਾ ਕਿਸ ਤਰ੍ਹਾਂ ਬੈਸਟ ਯੂਜ਼ ਕੀਤਾ ਜਾਵੇ ਕਿ ਤੁਹਾਡੀ ਜਿਹੜੀ ਮਾਰਜਨਲ ਸੋਸ਼ਲ ਪ੍ਰੋਡਕਟਿਵਿਟੀ ਉਹ ਵੀ ਵਧੇ, ਤੁਹਾਡੀ ਇੰਪਲਾਈਮੈਂਟ ਵੀ ਜ਼ਿਆਦਾ ਜਨਰੇਟ ਹੋਵੇ ਅਤੇ ਤੁਸੀਂ ਮੈਕਸੀਮਮ ਜਿਹੜੇ ਰੁਜ਼ਗਾਰ ਦੇ ਮੌਕੇ ਆ, ਓਪਰਚੁਨਿਟੀਜ਼ ਆ, ਉਹ ਜਿਹੜੀਆਂ ਪ੍ਰੋਡਿਊਸ ਕਰ ਸਕੋ। ਹੁਣ ਇਹਦੇ ਵਿੱਚ ਟਾਈਪਸ ਕਿਹੜੀਆਂ ਕਿਹੜੀਆਂ ਹੈਗੀਆਂ ਆ। ਇਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਟਾਈਪ ਆ ਉਹ ਹੈਗੀ ਆ ਸੋਸ਼ਲ ਮਾਰਜਨਲ ਪ੍ਰੋਡਕਟਿਵਿਟੀ ਕ੍ਰਾਈਟੀਰੀਆ। ਸਭ ਤੋਂ ਪਹਿਲਾਂ ਤਾਂ ਸੋਸ਼ਲ ਮਾਰਜਨਲ ਪ੍ਰੋਡਕਟਿਵਿਟੀ ਕ੍ਰਾਈਟੀਰੀਆ ਹੈ ਜਿਹੜਾ, ਇਹ ਸਾਨੂੰ ਨਿਊ ਕਲਾਸੀਕਲ ਇਕੋਨਮਿਸਟਸ ਜਿਹੜੇ ਉਹਨਾਂ ਨੇ ਦਿੱਤਾ, ਔਰ ਇਹ ਸਾਨੂੰ ਪ੍ਰੋਫੈਸਰ ਏ ਖਾਨ ਅਤੇ ਹੌਲਿਸ ਚੈਨਰੀ ਨੇ ਵੀ ਇਹ ਜਿਹੜਾ ਕ੍ਰਾਈਟੀਰੀਆ ਦਿੱਤਾ ਹੈ। ਔਰ ਇਸ ਕ੍ਰਾਈਟੀਰੀਆ ਦੇ ਵਿੱਚ ਇਸ ਸਿਧਾਂਤ ਦੇ ਅਨੁਸਾਰ ਕੀ ਹੈ ਕਿ ਤੁਹਾਨੂੰ ਆਪਣੇ ਜਿਹੜੇ ਲਿਮਟਿਡ ਰਿਸੋਰਸਿਸ ਆ ਉਹਨਾਂ ਦਾ ਬੈਸਟ ਯੂਜ਼ ਕਰਨਾ ਚਾਹੀਦਾ, ਔਰ ਉਹ ਬੈਸਟ ਯੂਜ਼ ਆ ਜਿਹੜਾ ਇਸ ਤਰ੍ਹਾਂ ਕਰਨਾ ਚਾਹੀਦਾ ਕਿ ਤੁਹਾਨੂੰ ਜਿਹੜੀ ਉਹ ਤੋਂ ਮਾਰਜਨਲ ਪ੍ਰੋਡਕਟਿਵਿਟੀ ਮਿਲਦੀ ਪਈ ਹੈ, ਕੈਪੀਟਲ ਤੋਂ ਮਾਰਜਨਲ ਪ੍ਰੋਡਕਟਿਵਿਟੀ ਮਿਲਦੀ ਪਈ ਆ, ਉਹ ਹਰੇਕ ਪ੍ਰਯੋਗ ਵਿੱਚ ਜਿਹੜੀ ਕੈਪੀਟਲ ਦੀ ਮਾਰਜਨਲ ਪ੍ਰੋਡਕਟਿਵਿਟੀ ਆ ਉਹ ਬਰਾਬਰ ਹੋਵੇ, ਲਗਭਗ ਬਰਾਬਰ ਹੀ ਹੋਵੇ। ਮੀਨਸ ਜਿੰਨੇ ਵੀ ਤੁਸੀਂ ਇੱਕ ਕੈਪੀਟਲ ਦੀ ਯੂਜ਼ ਕਰਨੇ ਆ, ਹਰੇਕ ਯੂਜ਼ ਦੇ ਵਿੱਚ ਜਿਹੜੀ ਪ੍ਰੋਡਕਟਿਵਿਟੀ ਆ ਉਹ ਬਰਾਬਰ ਹੋਵੇ। ਪ੍ਰੋਫੈਸਰ ਚੰਦਰੀ ਨੇ ਇਸ ਸਿਧਾਂਤ ਦਾ ਇੱਕ ਸੁਧਰਿਆ ਰੂਪ ਦਿੱਤਾ ਸੀਗਾ। ਉਹਨੇ ਕੀ ਕਿਹਾ ਕਿ ਉਤਪਾਦਨ ਦੇ ਜਿਹੜੇ ਅਲੱਗ-ਅਲੱਗ ਕੰਮ ਹੈਗੇ ਆ ਉਹਨਾਂ ਦੇ ਵਿੱਚ ਸਮਾਜਿਕ ਮਹੱਤਵ ਦੇ ਅਨੁਸਾਰ ਉਹਨਾਂ ਨੂੰ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ। ਇਨਵੈਸਟਮੈਂਟ ਇਸ ਤਰ੍ਹਾਂ ਕੀਤੀ ਜਾਣੀ ਚਾਹੀਦੀ ਆ ਕਿ ਘੱਟ ਤੋਂ ਘੱਟ ਪੂੰਜੀ ਦੇ ਨਾਲ ਵੱਧ ਤੋਂ ਵੱਧ ਪ੍ਰੋਡਕਸ਼ਨ ਹੋ ਸਕੇ, ਕੈਪੀਟਲ ਘੱਟ ਯੂਜ਼ ਹੋਵੇ, ਪ੍ਰੋਡਕਸ਼ਨ ਜ਼ਿਆਦਾ ਹੋਵੇ। ਜਿਹੜੀ ਲਿਬਰਰਸ ਹੈਗੇ ਆ ਉਹਨਾਂ ਦੀ ਜਿਹੜੀ ਐਫੀਸ਼ੀਐਂਸੀ ਆ ਉਹਦੇ ਵਿੱਚ ਵਾਧਾ ਹੋਵੇ, ਔਰ ਤੁਹਾਡੀ ਜਿਹੜੀ ਬੈਲੈਂਸ ਆਫ ਪੇਮੈਂਟ ਦੀ ਪ੍ਰੋਬਲਮ ਆਉਂਦੀ ਪਈ ਆ ਉਹਦੇ ਵਿੱਚ ਡਿਸਇਕੁਇਲਿਬਰੀਅਮ ਦੀ ਜਿਹੜੀ ਪ੍ਰੋਬਲਮ ਆ ਉਹ ਸਾਨੂੰ ਸਹਿਣ ਨਾ ਕਰਨੀ ਪਵੇ। ਪਰ ਇਹਦੇ ਵਿੱਚ ਜਦੋਂ ਉਹਨਾਂ ਨੇ ਸੋਸ਼ਲ ਮੈਕਸੀਮਮ ਪ੍ਰੋਡਕਟਿਵਿਟੀ ਕ੍ਰਾਈਟੇਰੀਆ ਦਿੱਤਾ, ਇਸ ਨੂੰ SMP = V/K - C/K + VR/K। V ਕੀ ਹੈ ਇੱਥੇ, C ਕੀ ਹੈ ਅਤੇ BR ਕੀ ਹੈ। ਇਹ B ਹੈਗਾ ਵਿਦੇਸ਼ੀ ਵਟਾਂਦਰਾ, R ਬੈਲੈਂਸ ਆਫ ਪੇਮੈਂਟ ਦੇ ਵਿੱਚ ਜਿਹੜਾ ਸੰਤੁਲਨ, K ਜਿਹਦੇ ਨਾਲ ਜਿਹੜਾ ਡਿਨੋਮੀਨੇਟਰ 'ਚ ਆ ਉਹ ਮਲਟੀਪਲਾਇਰ ਆ, C ਜਿਹੜਾ V ਹੈਗਾ ਉਹ ਹੈਗਾ X + E - MI ਇੰਪੋਰਟ ਐਕਸਪੋਰਟ, ਅਤੇ C ਜਿਹੜਾ ਸੀ ਉਹ ਹੈਗਾ C + MD + O। C ਲੇਬਰ ਆ, MD ਕਿਸੇ ਪ੍ਰੋਡਕਟ ਦੀ ਜਿਹੜੀ ਘਰੇਲੂ ਮਾਲ ਦੀ ਲਾਗਤ ਆ, ਡੋਮੈਸਟਿਕ ਪ੍ਰੋਡਕਸ਼ਨ ਦੀ ਕੋਸਟ ਆ, ਐਂਡ ਉਹ ਜਿਹੜੀ ਆ ਉਹ ਓਪਰਚੁਨਿਟੀ ਕੋਸਟ ਆ। ਹੁਣ ਇਹਦੇ ਵਿੱਚ ਕੁਛ ਲਿਮਿਟੇਸ਼ਨਸ, ਇਸ ਕ੍ਰਾਈਟੇਰੀਆ ਵਿੱਚ ਲਿਮਿਟੇਸ਼ਨਸ ਪ੍ਰੋਫੈਸਰ ਡਾਕਟਰ ਬ੍ਰਾਈਟ ਸਿੰਘ ਨੇ ਦਿੱਤੀਆਂ। ਸਭ ਤੋਂ ਪਹਿਲਾਂ ਤਾਂ ਕਹਿੰਦੇ ਕਿ ਇਸ ਹਿਸਾਬ ਦੇ ਵਿੱਚ ਉਹਨਾਂ ਨੇ ਮਲਟੀਪਲਾਇਰ ਦੇ ਇਫੈਕਟ ਨੂੰ ਇਗਨੋਰ ਕੀਤਾ। ਮਲਟੀਪਲਾਇਰ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਉਹ ਇਹ ਦੱਸਦਾ ਕਿ ਜਿੰਨੀ ਤੁਸੀਂ ਇਨਵੈਸਟਮੈਂਟ ਵਧਾਉਂਦੇ ਹੋ ਆਊਟਪੁੱਟ ਦੇ ਵਿੱਚ ਉਹਦੇ ਨਾਲ ਕਈ ਗੁਣਾ ਵੱਧ ਵਾਧਾ ਹੁੰਦਾ। ਉਸ ਤੋਂ ਬਾਅਦ ਵੋ ਕੰਸੈਪਟ ਆ, ਇਹ ਧਾਰਨਾ ਬਹੁਤ ਕਲੀਅਰ ਕੰਸੈਪਟ ਨਹੀਂ ਹੈ, ਸਟੈਟਿਕ ਆ ਕਿ ਇਹਦੇ ਵਿੱਚ ਗਤੀਸ਼ੀਲਤਾ ਨਹੀਂ ਹੈ। ਉਸ ਤੋਂ ਬਾਅਦ ਇਟ ਇਗਨੋਰਸ ਦੀ ਡਿਫਰੈਂਸ ਇਨ ਦੀ ਨੇਚਰ ਆਫ ਫੈਕਟਰਸ ਆਫ ਪ੍ਰੋਡਕਸ਼ਨ।
ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਅਲੱਗ-ਅਲੱਗ ਫੈਕਟਰਸ ਆਫ ਪ੍ਰੋਡਕਸ਼ਨ ਦੇ ਵਿੱਚ ਉਹਨਾਂ ਦੀ ਨੇਚਰ 'ਚ ਫਰਕ ਹੁੰਦਾ, ਉਹਨੂੰ ਇਹਨੇ ਐਕਸਪਲੇਨ ਨਹੀਂ ਕੀਤਾ। ਉਸ ਤੋਂ ਬਾਅਦ ਸਟੈਟਿਕ ਟੂਲਸ ਇਹਦੇ ਵਿੱਚ ਵਰਤੇ ਜਾਂਦੇ ਆ, ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਸਾਰੀਆਂ 'ਚ ਲਾਗੂ ਨਹੀਂ ਹੁੰਦਾ। ਉਸ ਤੋਂ ਬਾਅਦ ਇਹਦੇ ਵਿੱਚ ਮੰਨ ਕੇ ਚੱਲਦੇ ਕਿ ਜਿਹੜੀ ਟੈਕਨੀਕ ਆ ਕਾਂਸਟੈਂਟ ਆ, ਪਰ ਟੈਕਨੀਕ ਆਫ ਪ੍ਰੋਡਕਸ਼ਨ ਹੈ ਜਿਹੜੀ ਕਾਂਸਟੈਂਟ ਨਹੀਂ ਹੁੰਦੀ। ਨੈਕਸਟ ਹੈਗਾ ਸੀ ਰੀਇਨਵੈਸਟਮੈਂਟ ਕ੍ਰਾਈਟੀਰੀਆ। ਰੀਇਨਵੈਸਟਮੈਂਟ ਕ੍ਰਾਈਟੀਰੀਆ 1955 ਦੇ ਵਿੱਚ ਦਿੱਤਾ ਸੀ ਡਾਕਟਰ ਵੀ ਗੈਲਨਸਨ ਨੇ, ਲੈਵਨਸਟਾਈਨ ਨੇ। ਔਰ ਇਸ ਸਿਧਾਂਤ ਦੇ ਵਿੱਚ ਕੀ ਆ ਕਿ ਇਸ ਸਿਧਾਂਤ ਦੇ ਵਿੱਚ ਇਹ ਕਿਹਾ ਕਿ ਇਨਵੈਸਟਮੈਂਟ ਜਦੋਂ ਤੁਸੀਂ ਕਰਦੇ ਹੋ ਤਾਂ ਜਿਹੜਾ ਮੁੱਖ ਉਦੇਸ਼ ਆ, ਉਹਦੀ ਜਿਹੜੀ ਮੁੱਖ ਓਬਜੈਕਟਿਵ ਆ, ਉਹ ਕਿਰਤੀਆਂ ਦੀ ਐਫੀਸ਼ੀਐਂਸੀ 'ਚ ਵਾਧਾ ਕਰਨਾ ਹੀ ਹੋਵੇ। ਕਿਉਂਕਿ ਜਦੋਂ ਕਿਰਤੀਆਂ ਦੀ ਐਫੀਸ਼ੀਐਂਸੀ 'ਚ ਵਾਧਾ ਹੋਏਗਾ, ਤੁਹਾਡੀ ਪ੍ਰੋਡਕਸ਼ਨ ਵਧੂਗੀ, ਤੁਹਾਡੀ ਪਰ ਪਰਸਨ ਜਿਹੜੀ ਆਊਟਪੁੱਟ ਆ ਉਹਦੇ ਵਿੱਚ ਵਾਧਾ ਹੋਏਗਾ, ਪਰ ਪਰਸਨ ਜਿਹੜੀ ਪ੍ਰੋਡਕਟੀਵਿਟੀ ਆ ਉਹਦੇ ਵਿੱਚ ਵਾਧਾ ਹੋਏਗਾ। ਔਰ ਜਦੋਂ ਪ੍ਰੋਡਕਸ਼ਨ ਆਊਟਪੁੱਟ ਦੇ ਵਿੱਚ ਵਾਧਾ ਹੋਏਗਾ ਤਾਂ ਰਾਸ਼ਟਰੀ ਆਮਦਨ, ਨੈਸ਼ਨਲ ਇਨਕਮ ਵਧੂਗੀ। ਉਸ ਵਧੀ ਹੋਈ ਨੈਸ਼ਨਲ ਇਨਕਮ ਨੂੰ ਤੁਸੀਂ ਰੀਇਨਵੈਸਟਮੈਂਟ ਕਰ ਸਕਦੇ ਹੋ, ਔਰ ਇੱਕ ਜਿਹੜੀ ਪ੍ਰੋਸੈਸ ਆ, ਡਿਵੈਲਪਮੈਂਟ ਪ੍ਰੋਸੈਸ ਆ ਜਿਹੜੀ ਉਹ ਸਟਾਰਟ ਹੋ ਜਾਏਗੀ। ਪਰ ਇਹਦੇ ਵਿੱਚ ਵੀ ਕੁਛ ਲਿਮਿਟੇਸ਼ਨਸ ਆ। ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਅਜੰਪਸ਼ਨਸ ਲਈਆਂ, ਉਹ ਰੋਂਗ ਬਣੀਆਂ। ਪ੍ਰੋਫੈਸਰ ਏ ਕੇ ਸੇਨ ਨੇ ਕਿਹਾ ਕਿ ਇਹਦੇ ਅਨੁਸਾਰ ਉੱਚੀ ਦਰ ਤੋਂ ਪੁਨਰ ਨਿਵੇਸ਼ਯੋਗ ਜ਼ਿਆਦਾ ਦੇਣ ਵਾਲੇ ਨਿਵੇਸ਼ਾਂ ਨਾਲ ਹੀ ਆਰਥਿਕ ਵਿਕਾਸ ਦੀ ਗਤੀ ਤੇਜ਼ ਨਹੀਂ ਹੋ ਸਕਦੀ। ਜ਼ਰੂਰੀ ਨਹੀਂ ਆ ਕਿ ਜਦੋਂ ਤੁਸੀਂ ਰੀਇਨਵੈਸਟ ਕਰਦੇ ਹੋ ਤੁਸੀਂ ਉਹਨਾਂ ਦੇ ਵਿੱਚ ਹੀ ਕਰੋ ਜਿਨ੍ਹਾਂ ਦੇ ਵਿੱਚ ਤੁਹਾਨੂੰ ਪ੍ਰੋਫਿਟ ਜ਼ਿਆਦਾ ਹੁੰਦਾ। ਜ਼ਰੂਰੀ ਨਹੀਂ ਆ ਕਿ ਉਹਦੇ ਨਾਲ ਇਕਨੋਮਿਕ ਡਿਵੈਲਪਮੈਂਟ ਜਿਹੜੀ ਆ ਉਹ ਜ਼ਿਆਦਾ ਹੋਏਗੀ। ਉਸ ਤੋਂ ਬਾਅਦ ਸੋਸ਼ਲ ਵੈਲਫੇਅਰ ਦਾ ਕੰਸੈਪਟ ਤਾਂ ਕਿਤੇ ਲਿਆਂਦਾ ਹੀ ਨਹੀਂ ਗਿਆ ਇਹਦੇ ਵਿੱਚ। ਉਸ ਤੋਂ ਬਾਅਦ ਬੈਲੈਂਸ ਆਫ ਪੇਮੈਂਟ ਦੇ ਉੱਤੇ ਇਹਦਾ ਕੀ ਇਫੈਕਟ ਪਏਗਾ, ਇਸ ਨੂੰ ਪੂਰੀ ਤਰ੍ਹਾਂ ਐਕਸਪਲੇਨ ਕੀਤਾ ਹੀ ਨਹੀਂ ਗਿਆ। ਨੈਕਸਟ ਕੰਸੈਪਟ ਆ ਕੈਪੀਟਲ ਟਰਨਓਵਰ ਕ੍ਰਾਈਟੀਰੀਆ। ਇਹ ਪ੍ਰੋਫੈਸਰ ਜੇ ਪੌਲਕ ਨੇ ਦਿੱਤਾ ਹੈ, NS ਬਚਨਨ ਨੇ ਦਿੱਤਾ ਹੈ। ਔਰ ਇਹਦੇ ਵਿੱਚ ਇਸ ਸਿਧਾਂਤ ਦੇ ਅਨੁਸਾਰ ਉਹਨਾਂ ਨੇ ਕੀ ਕਿਹਾ ਕਿ ਇਨਵੈਸਟਮੈਂਟ ਇਸ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਨਾਲ ਘੱਟ ਮਾਤਰਾ ਵਿੱਚ ਪੂੰਜੀ ਲਗਾਉਣ 'ਤੇ ਪ੍ਰੋਡਕਸ਼ਨ ਜ਼ਿਆਦਾ ਹੋ ਜਾਏ ਅਤੇ ਲੋਕਾਂ ਨੂੰ ਰੁਜ਼ਗਾਰ ਜ਼ਿਆਦਾ ਮਿਲ ਜਾਏ। ਇੱਕ ਤਰ੍ਹਾਂ ਨਾਲ ਉਹਨੇ ਕਿਹਾ ਲੇਬਰ ਇੰਟੈਂਸਿਵ ਟੈਕਨੀਕ ਹੋਣੀ ਚਾਹੀਦੀ ਹੈ, ਇਸ ਲਈ ਰੇਟ ਆਫ ਕੈਪੀਟਲ ਲੇਬਰ ਇੰਟੈਂਸਿਵ ਟੈਕਨੀਕ ਹੋਵੇ ਪਰ ਰੇਟ ਆਫ ਕੈਪੀਟਲ ਟਰਨਓਵਰ ਆ ਜਿਹੜਾ ਉਹ ਜ਼ਿਆਦਾ ਹੋਵੇ। ਔਰ ਇਹਦੇ ਵਿੱਚ ਇਗਨੋਰ ਟਾਈਮ ਐਲੀਮੈਂਟ, ਇਹ ਨਹੀਂ ਦੱਸਿਆ ਕਿ ਇਹਦੇ ਵਿੱਚ ਕਿੰਨਾ ਟਾਈਮ ਲੱਗੇਗਾ। ਉਸ ਤੋਂ ਬਾਅਦ ਡਾਇਨਾਮਿਕ ਕੰਡੀਸ਼ਨਸ ਜੇ ਹੋਈਆਂ ਉੱਥੇ ਲਾਗੂ ਨਹੀਂ ਹੋਏਗਾ। ਇੰਪਲਾਈਮੈਂਟ ਹੋ ਸਕਦਾ, ਜ਼ਰੂਰੀ ਨਹੀਂ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਰੇਟ ਆਫ ਕੈਪੀਟਲ ਟਰਨਓਵਰ ਜ਼ਿਆਦਾ ਹੋਵੇ ਤਾਂ ਇੰਪਲਾਈਮੈਂਟ ਜ਼ਿਆਦਾ ਜਨਰੇਟ ਨਹੀਂ ਹੋਏਗੀ। ਉਸ ਤੋਂ ਬਾਅਦ ਕੈਪੀਟਲ ਇੰਟੈਂਸਿਵ ਪ੍ਰੋਜੈਕਟਸ ਆ ਜਿਹੜੇ, ਕਿਉਂਕਿ ਇਹਨੇ ਲੇਬਰ ਇੰਟੈਂਸਿਵ ਟੈਕਨੀਕ ਨੂੰ ਇੰਪੋਰਟੈਂਸ ਦਿੱਤੀ ਹੈ, ਇਸ ਲਈ ਕੈਪੀਟਲ ਇੰਟੈਂਸਿਵ ਪ੍ਰੋਜੈਕਟਸ ਆ ਜਿਹੜੇ ਉਹਨਾਂ ਨੂੰ ਇਗਨੋਰ ਕੀਤਾ ਗਿਆ, ਨਿਗਲੈਕਟ ਕੀਤਾ ਗਿਆ। ਨੈਕਸਟ ਹੈਗਾ ਟਾਈਮ ਫੈਕਟਰ ਐਨਾਲਿਸਿਸ, ਟਾਈਮ ਫੈਕਟਰ ਕ੍ਰਾਈਟੀਰੀਆ ਪ੍ਰੋਫੈਸਰ ਏ ਕੇ ਸੇਨ ਨੇ ਦਿੱਤਾ ਹੈ। ਔਰ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਵੀ ਅਸੀਂ ਨਿਵੇਸ਼ ਕਰਦੇ ਹਾਂ, ਜਦੋਂ ਵੀ ਅਸੀਂ ਇਨਵੈਸਟਮੈਂਟ ਕਰਦੇ ਹਾਂ, ਸਾਨੂੰ ਇਹ ਦੇਖਣਾ ਚਾਹੀਦਾ ਉਹਦੇ ਵਿੱਚ ਕਿੰਨਾ ਸਮਾਂ ਲੱਗੂਗਾ। ਜਿਹੜਾ ਵੀ ਓਬਜੈਕਟਿਵ ਅਸੀਂ ਚਾਹੁੰਦੇ ਹਾਂ, ਜਦੋਂ ਵੀ ਅਸੀਂ ਚਾਹੁੰਦੇ ਹਾਂ ਕਿ ਪ੍ਰੋਡਕਸ਼ਨ ਵਧੂਗੀ, ਉਹ 'ਚ ਕਿੰਨਾ ਟਾਈਮ ਲੱਗੂਗਾ। ਕਿਉਂਕਿ ਜਦੋਂ ਆਪਾਂ ਇਹ ਨਹੀਂ ਦੇਖਾਂਗੇ ਨਾ ਉਹਦੇ ਵਿੱਚ ਕਿੰਨਾ ਟਾਈਮ ਲੱਗਦਾ ਪਿਆ ਤਾਂ ਸਾਨੂੰ ਤਾਂ ਕੋਈ ਵੀ ਕ੍ਰਾਈਟੀਰੀਆ ਵਧੀਆ ਨਹੀਂ ਹੋਏਗਾ। ਤੁਸੀਂ ਟੈਕਨੀਕ ਚਾਹੇ ਲੇਬਰ ਇੰਟੈਂਸਿਵ ਲਗਾ ਲਓ ਚਾਹੇ ਕੈਪੀਟਲ ਇੰਟੈਂਸਿਵ ਲਗਾ ਲਓ, ਉਹਦੇ ਵਿੱਚ ਕਿੰਨਾ ਟਾਈਮ ਲੱਗਦਾ ਪਿਆ। ਜਿਸ ਤਰ੍ਹਾਂ ਉਹਨੇ ਕਿਹਾ ਕਿ ਇੱਕ ਸਾਲ ਦੇ ਵਿੱਚ 2 ਪ੍ਰੋਜੈਕਟ ਤੁਸੀਂ ਲਾ ਸਕਦੇ ਹੋ, ਇੱਕ H ਅਤੇ ਇੱਕ L। H ਪ੍ਰੋਜੈਕਟ ਕੈਪੀਟਲ ਇੰਟੈਂਸਿਵ ਅਤੇ L ਪ੍ਰੋਜੈਕਟ ਲੇਬਰ ਇੰਟੈਂਸਿਵ। ਇੱਕ ਸਾਲ 'ਚ ਜਿਹੜੀ 40 ਲੱਖ ਦੀ ਪ੍ਰੋਡਕਸ਼ਨ ਹੋਏਗੀ H ਦੇ ਵਿੱਚ ਅਤੇ 60 ਲੱਖ ਦੀ L ਦੇ ਵਿੱਚ, ਅਤੇ ਉਹਦੇ ਅਕੋਰਡਿੰਗ ਫਿਰ ਤੁਸੀਂ ਕਿੰਨਾ ਟਾਈਮ ਦੇ ਵਿੱਚ ਕਿੰਨੀ ਪ੍ਰੋਡਕਸ਼ਨ ਹੁੰਦੀ ਪਈ ਆ, ਜਿਹਦੀ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਪਈ ਆ ਉਹ ਕ੍ਰਾਈਟੀਰੀਆ ਜਿਹੜਾ ਤੁਸੀਂ ਉਹ ਲਗਾ ਸਕਦੇ ਹੋ। ਉਸ ਤੋਂ ਬਾਅਦ ਸਭ ਤੋਂ ਪਹਿਲਾਂ ਤਾਂ ਇਹ ਡਿਟਰਮਿਨ ਕਰਨਾ ਕਿ ਇਹ ਪ੍ਰੋਡਕਸ਼ਨ ਕਿੰਨੀ ਦੇਰ 'ਚ, ਟਾਈਮ ਨੂੰ ਡਿਟਰਮਿਨ ਕਰਨਾ ਬਹੁਤ ਔਖਾ ਹੈ। ਉਸ ਤੋਂ ਬਾਅਦ ਇਹਦੀ ਇੱਕ ਲਿਮਿਟੇਸ਼ਨ ਇਹ ਵੀ ਆ ਕਿ ਇਹਨੇ ਹੋਰ ਫੈਕਟਰਸ ਨੂੰ ਇਗਨੋਰ ਕੀਤਾ ਹੈ। ਉਸ ਤੋਂ ਬਾਅਦ ਇਹਦੇ ਵਿੱਚ ਨਵਾਂ ਤਾਂ ਕੁਛ ਵੀ ਨਹੀਂ ਹੈ, ਕਿਉਂਕਿ ਜਦੋਂ ਅਸੀਂ ਕ੍ਰਾਈਟੀਰੀਆ ਦੇਖਾਂਗੇ ਉਹਦੇ ਟਾਈਮ ਦੀ ਡਿਸਕਸ਼ਨ ਕਰਾਂਗੇ। ਅਤੇ ਉਸ ਤੋਂ ਬਾਅਦ ਨੈਕਸਟ ਕ੍ਰਾਈਟੀਰੀਆ ਜਿਹੜਾ ਇਨਵੈਸਟਮੈਂਟ ਕ੍ਰਾਈਟੀਰੀਆ ਟੂ ਕੰਟਰੋਲ ਸਪੈਸੀਫਿਕ ਪ੍ਰੋਬਲਮਸ, ਪ੍ਰੋਫੈਸਰ ਜੇ ਪੌਲਕ ਨੇ ਦਿੱਤਾ ਇਹ। ਔਰ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਇਨਵੈਸਟਮੈਂਟ ਕਰਦੇ ਹੋ ਅਤੇ ਇਨਵੈਸਟਮੈਂਟ ਕ੍ਰਾਈਟੀਰੀਆ ਜਿਹੜਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਤੁਹਾਡੀਆਂ ਜਿਹੜੀਆਂ ਸਪੈਸੀਫਿਕ ਪ੍ਰੋਬਲਮਸ ਆਉਂਦੀਆਂ ਤੁਹਾਨੂੰ ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕੇ। ਉਹਦੇ ਵਿੱਚ ਐਕਸਟਰਨਲ ਇੰਬੈਲੈਂਸ ਆਉਂਦੇ ਆ ਜਾਂ ਇਨਫਲੇਸ਼ਨ ਲਾਈਕ ਸਿਚੁਏਸ਼ਨਸ ਆਉਂਦੀਆਂ ਅਤੇ ਉਹਨਾਂ ਨੂੰ ਆਸਾਨੀ ਦੇ ਨਾਲ ਕੰਟਰੋਲ ਕੀਤਾ ਜਾ ਸਕੇ। ਉਸ ਤੋਂ ਬਾਅਦ ਇੰਪਲਾਈਮੈਂਟ ਅਬਜ਼ੋਰਪਸ਼ਨ ਕ੍ਰਾਈਟੀਰੀਆ ਪ੍ਰੋਫੈਸਰ ਨਰਕਸੇ ਨੇ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਵੀ ਤੁਸੀਂ ਇਨਵੈਸਟਮੈਂਟ ਕਰਦੇ ਹੋ ਤਾਂ ਕ੍ਰਾਈਟੀਰੀਆ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਜਿਹੜੀ ਡਿਸਗਾਈਜ਼ਡ ਅਨਇੰਪਲਾਇਮੈਂਟ ਹੈ, ਛੁਪੀ ਬੇਰੁਜ਼ਗਾਰੀ ਜਿਹੜੀ ਐਗਰੀਕਲਚਰ ਸੈਕਟਰ 'ਚ ਪਾਈ ਜਾਂਦੀ ਆ, ਉਹਨਾਂ ਨੂੰ ਫਾਈਂਡ ਆਊਟ ਕਰਕੇ ਉਹਨਾਂ ਨੂੰ ਜਿਹੜਾ ਕਿਤੇ ਹੋਰ ਜਗ੍ਹਾ ਕੈਪੀਟਲ ਐਗਰੀਕਲਚਰ ਸੈਕਟਰ ਦੇ ਵਿੱਚੋਂ ਲੈ ਕੇ ਉਹਨਾਂ ਨੂੰ ਇੰਡਸਟਰੀਅਲ ਸੈਕਟਰ ਦੇ ਵਿੱਚ ਕਿਤੇ ਕੈਪੀਟਲ ਇੰਟੈਂਸਿਵ ਟੈਕਨੀਕਸ ਦੇ ਵਿੱਚ ਕਿਤੇ ਕੈਪੀਟਲ ਇੰਟੈਂਸਿਵ ਟੈਕਨੀਕ ਜਾਂ ਲੇਬਰ ਇੰਟੈਂਸਿਵ ਟੈਕਨੀਕ ਦੀ ਵਰਤੋਂ ਕਰਕੇ ਕਿਤੇ ਇੰਡਸਟਰੀ ਵਿੱਚ ਉਹਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਦਿੱਤੇ ਜਾ ਸਕਣ। ਇਸ ਤਰ੍ਹਾਂ ਦਾ ਸਾਡਾ ਜਿਹੜਾ ਇਨਵੈਸਟਮੈਂਟ ਕ੍ਰਾਈਟੀਰੀਆ ਆ ਉਹ ਹੋਣਾ ਚਾਹੀਦਾ ਆ, ਇਹ ਪ੍ਰੋਫੈਸਰ ਨਰਕਸੇ ਨੇ ਕਿਹਾ ਸੀਗਾ। ਔਰ ਉਸ ਤੋਂ ਬਾਅਦ ਇਹਦੇ ਵਿੱਚ ਵੀ ਕੁਛ ਇੱਕ ਬੈਨੀਫਿਟਸ ਹੈਗੇ ਆ
ਜਿਸ ਤਰ੍ਹਾਂ ਕਿ ਲੇਬਰ ਇੰਟੈਂਸਿਵ ਟੈਕਨੀਕਸ ਹੋਣਗੀਆਂ ਅਤੇ ਤੁਸੀਂ ਜਿਹੜੇ ਡਿਸਗਾਈਜ਼ਡ ਲੇਬਰਰਸ ਆ ਉਹਨਾਂ ਨੂੰ ਆਸਾਨੀ ਨਾਲ ਦੂਸਰੀ ਜਗ੍ਹਾ 'ਤੇ ਕੰਮ ਦੇ ਸਕਦੇ ਹੋ। ਲੌਂਗ ਪੀਰੀਅਡ ਦੇ ਵਿੱਚ ਤੁਹਾਡੇ ਰੁਜ਼ਗਾਰ ਦੇ ਵਿੱਚ ਵਾਧਾ ਜਿਹੜਾ ਉਹ ਹੋ ਸਕਦਾ ਹੈ, ਪਰ ਇਹਦੀਆਂ ਕੁਛ ਇੱਕ ਜਿਹੜੀਆਂ ਲਿਮਿਟੇਸ਼ਨਸ ਵੀ ਆ ਕਿ ਜੇ ਤੁਸੀਂ ਲੇਬਰ ਇੰਟੈਂਸਿਵ ਟੈਕਨੀਕ ਲਗਾਓਗੇ ਤਾਂ ਤੁਹਾਡੀ ਇਕਨੋਮਿਕ ਡਿਵੈਲਪਮੈਂਟ ਦੀ ਪ੍ਰੋਸੈਸ ਹੈ ਜਿਹੜੀ ਉਹ ਸਲੋ ਹੋ ਜਾਏਗੀ। ਅਤੇ ਉਸ ਤੋਂ ਬਾਅਦ ਕਿੰਨੇ ਟਾਈਮ 'ਚ ਹੋਏਗਾ, ਹੋ ਸਕਦਾ ਤੁਹਾਨੂੰ ਆਪਣੇ ਡਿਸਗਾਈਜ਼ਡ ਲੇਬਰਰਸ ਨੂੰ ਫਾਈਂਡ ਆਊਟ ਕਰਕੇ ਦੂਸਰੀ ਜਗ੍ਹਾ ਕੰਮ 'ਤੇ ਲਗਾਉਣ ਦੇ ਵਿੱਚ ਕਾਫੀ ਲੰਬਾ ਟਾਈਮ, ਕਾਫੀ ਲੌਂਗ ਪੀਰੀਅਡ ਜਿਹੜਾ ਲੱਗ ਜਾਏ, ਜਿਹੜਾ ਤੁਹਾਡੀ ਇਕਨੋਮਿਕ ਡਿਵੈਲਪਮੈਂਟ ਦੇ ਲਈ ਪਤਾ ਬੈਨੀਫੀਸ਼ੀਅਲ ਨਹੀਂ ਹੋਏਗਾ। ਇਹ ਸੀ ਇਨਵੈਸਟਮੈਂਟ ਕ੍ਰਾਈਟੇਰੀਆ, ਇਸ ਦੇ ਨਾਲ ਕੰਸੈਪਟ ਖਤਮ ਹੁੰਦਾ ਹੈ। ਕੱਲ੍ਹ ਆਪਾਂ ਨੈਕਸਟ ਟਾਪਿਕ ਕਰਾਂਗੇ। ਥੈਂਕ ਯੂ ਸੋ ਮਚ।